Good evening to everyone. Welcome to my new YouTube channel Grow with Gratitude. ਸੋ ਸਟੂਡੈਂਟਸ ਅੱਜ ਅਸੀਂ ਡਿਸਕਸ ਕਰਾਂਗੇ ਮਲੇਰਕੋਟਲਾ। ਸੋ ਅਸੀਂ ਸਾਰੇ ਜਾਣਦੇ ਹਾਂ ਜਿਵੇਂ ਕਿ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਐਜ਼ ਏ 23rd ਡਿਸਟ੍ਰਿਕਟ ਆਫ ਪੰਜਾਬ ਜੋ ਹੈ ਅਨਾਊਂਸ ਕਰ ਦਿੱਤਾ ਹੈ 14 ਮਈ 2021 ਨੂੰ। ਸੋ ਮਲੇਰਕੋਟਲਾ ਸਟਾਰਟ ਕਰਨ ਤੋਂ ਪਹਿਲਾਂ ਮੈਂ ਆਪਣੀ ਬਰੀਫ ਇੰਟਰੋਡਕਸ਼ਨ ਦੇਣਾ ਚਾਹੂੰਗੀ। ਮੈਂ ਹਾਂ ਪ੍ਰੋਫੈਸਰ ਰਜਨੀ। ਆਈ ਐਮ ग्रेजुएट एंड पोस्ट ग्रेजुएट फ्रॉम गवर्नमेंट कॉलेज हुशियारपुर और आफ्टर ग्रेजुएशन एंड पोस्ट ग्रेजुएशन मैं जल्दी UGC नैट क्वालीफाइड कर लिया सी और UGC नैट क्वालीफाइड करन तो बाद मैं वेरियस कॉलेजेस दे विच टीच किया है। सो हुण भी इस टाइम भी मैं टीच कर रही हाँ। सो ज़्यादा टाइम ना लैंदे हुए असीं मलेरकोटला तो स्टार्ट करते हैं। सो जिवें कि असीं जाणदे हाँ कि 14 मई 2021 ਨੂੰ ਪੰਜਾਬ ਗੌਰਮੈਂਟ ਵੱਲੋਂ ਸਾਡੇ ਆਨਰੇਬਲ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਨੂੰ ਐਜ਼ ਏ 23rd ਡਿਸਟ੍ਰਿਕਟ ਜੋ ਹੈ ਅਨਾਊਂਸ ਕਰ ਦਿੱਤਾ ਗਿਆ। ਸੋ ਜੋ ਪਹਿਲਾਂ ਸਾਡੇ 22 ਡਿਸਟ੍ਰਿਕਟ ਸੀ ਮਲੇਰਕੋਟਲਾ ਨੂੰ ਪਾ ਕੇ ਕਿੰਨੇ ਹੋ ਗਏ ਨੇ 23rd ਡਿਸਟ੍ਰਿਕਟ ਹੋ ਗਏ। ਸੋ ਬੇਸਿਕਲੀ ਜੋ ਵੀ ਨੈਕਸਟ ਕੰਪੀਟੀਟਿਵ ਐਗਜ਼ਾਮਸ ਆ ਰਹੇ ਨੇ ਲਾਈਕ ਪਟਵਾਰੀ ਹੋ ਗਿਆ, ਨਾਇਬ ਤਹਿਸੀਲਦਾਰ ਹੋ ਗਿਆ, ਹੋਰ ਮੈਨੀ ਮੋਰ ਜਿੰਨੇ ਵੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਨੇ। ਸੋ ਉਹਦੇ ਵਿੱਚ ਮਲੇਰਕੋਟਲਾ ਜੋ ਹੈ ਮੋਸਟ ਇੰਪੋਰਟੈਂਟ ਟੌਪਿਕ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜੋ ਮੈਂ ਤੁਹਾਨੂੰ ਕਰਵਾਉਂਗੀ ਔਰ ਇਨਫ ਹੈ ਤੁਹਾਡੇ ਲਈ। ਅਗਰ ਤੁਸੀਂ ਇਹ ਵੀਡੀਓ ਦੇਖ ਲਓਗੇ ਤਾਂ ਮਲੇਰਕੋਟਲਾ ਤੁਹਾਡੇ ਲਈ ਜਿਹੜਾ ਹੈ ਕੰਪਲੀਟ ਹੋ ਜਾਊਗਾ। ਸੋ ਵੈਸੇ ਤਾਂ ਅਸੀਂ ਇਹਦੇ ਵਿੱਚ ਮਲੇਰਕੋਟਲਾ ਹੀ ਡਿਸਕਸ ਕਰਨਾ ਹੈ, ਲੇਕਿਨ 20 ਤੋਂ ਬਾਅਦ ਜੋ 22 ਬਣੇ ਸੀ ਡਿਸਟ੍ਰਿਕਟ ਔਰ ਇਹਨੂੰ ਪਾ ਕੇ 23 ਹੋ ਗਏ। ਸੋ ਸਾਨੂੰ 21, 22, 23 ਜੋ ਹੈ ਲਰਨ ਕਰ ਲੈਣੇ ਚਾਹੀਦੇ। ਸੋ ਡਿਫਿਕਲਟ ਨਹੀਂ ਹੈ। ਸੋ ਆਪਾਂ ਯਾਦ ਰੱਖਣਾ ਹੈ 21 ਔਰ 22 2011 ਦੇ ਵਿੱਚ ਇੱਕ ਹੀ ਦਿਨ ਅਨਾਊਂਸ ਹੋ ਗਿਆ ਸੀ। ਸੋ 21 ਸੀ ਪਠਾਨਕੋਟ ਜੋ ਕਿ ਮਾਝਾ ਰੀਜਨ ਦੇ ਵਿੱਚ ਪੈਂਦਾ ਹੈ। ਸੋ 22 ਸੀ ਉਹ ਫਾਜ਼ਿਲਕਾ ਸੀ ਜੋ ਕਿ ਮਾਲਵਾ ਦੇ ਰੀਜਨ ਦੇ ਵਿੱਚ ਪੈਂਦਾ ਹੈ। ਅਗਰ ਅਸੀਂ ਰਾਜਸਥਾਨ ਬਾਰਡਰ ਦੇ ਨਾਲ ਦੇਖਦੇ ਹਾਂ ਤਾਂ ਬਿਲਕੁਲ ਜੋ ਰਾਜਸਥਾਨ ਦਾ ਇੱਕ ਡਿਸਟ੍ਰਿਕਟ ਹੈ ਸ਼੍ਰੀ ਗੰਗਾ ਨਗਰ, ਉਹਦੇ ਨਾਲ ਹੀ ਬਿਲਕੁਲ ਫਾਜ਼ਿਲਕਾ ਜੋ ਹੈ ਪੈਂਦਾ ਹੈ ਬਾਰਡਰ ਏਰੀਏ 'ਤੇ। ਸੋ ਜੋ ਹੁਣ ਅਸੀਂ ਦੇਖ ਲਿਆ ਕਿ 21ਵਾਂ ਡਿਸਟ੍ਰਿਕਟ ਕੀ ਸੀਗਾ ਪਠਾਨਕੋਟ ਸੀ ਔਰ 22ਵਾਂ ਡਿਸਟ੍ਰਿਕਟ ਕੀ ਸੀਗਾ ਫਾਜ਼ਿਲਕਾ। ਔਰ ਅੱਜ ਅਸੀਂ ਡਿਸਕਸ ਕਰਾਂਗੇ ਜਿਹਦਾ ਮੋਸਟ ਇੰਪੋਰਟੈਂਟ ਹੈ, ਕਰੰਟ ਹੈ। ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਦੇਖੋ ਕਰੰਟ ਅਫੇਅਰ ਤਾਂ ਆਉਂਦੇ ਨੇ। ਸੋ ਅੱਜ ਅਸੀਂ ਕੀ ਕਰਾਂਗੇ ਮਲੇਰਕੋਟਲਾ ਡਿਸਕਸ ਕਰਾਂਗੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਇੰਡੀਆ ਦੇ ਵਿੱਚ 28 ਸਟੇਟਸ ਐਂਡ 8 ਯੂਨੀਅਨ ਟੈਰੀਟਰੀ ਹੈ। ਸੋ ਉਹਨਾਂ ਦੇ ਵਿੱਚ ਟੋਟਲ ਜੋ ਹੈ ਕਿੰਨੇ ਡਿਸਟ੍ਰਿਕਟਸ ਨੇ 742। ਸੋ ਦੇਖੋ ਇਹ ਐਗਜ਼ੈਕਟ ਫਿਗਰ ਨਹੀਂ ਰਹਿੰਦੀ ਹਮੇਸ਼ਾ ਕਿਉਂਕਿ ਇਹ ਚੇਂਜ ਹੁੰਦੀ ਰਹਿੰਦੀ ਹੈ। ਕੋਈ ਵੀ ਸਟੇਟ ਗੌਰਮੈਂਟ ਜੋ ਹੈ ਆਪਣਾ ਕੋਈ ਵੀ ਡਿਸਟ੍ਰਿਕਟ ਜੋ ਹੈ ਨਵਾਂ ਬਣਾ ਸਕਦੀ ਹੈ। ਸੋ ਬਟ ਇਸ ਟਾਈਮ 2021 ਦੇ ਅਕੋਰਡਿੰਗ ਜੋ ਹੈ ਕਿੰਨਾ ਹੈ 742 ਹੈ। ਔਰ ਜੋ ਲਾਸਟ ਸੈਂਸੈਕਸ ਪਾਸ ਹੋਇਆ ਹੈ 2011 ਦਾ ਉਹਦੇ ਵਿੱਚ ਕਿੰਨੇ ਸੀਗੇ ਇਹ 2011 ਦੇ ਅਕੋਰਡਿੰਗ ਦੇਖਿਓ 640 ਅਪਰੋਕਸੀਮੇਟਲੀ ਤੁਸੀਂ ਦੇਖ ਲਓ। ਔਰ 102 ਜੋ ਹੈ ਵੱਧ ਚੁੱਕੇ ਨੇ। ਸੋ ਇੰਨੇ ਜੋ ਹੈ ਸਾਡੇ ਡਿਸਟ੍ਰਿਕਟ ਹੋ ਚੁੱਕੇ ਨੇ ਆਲ ਓਵਰ। ਇਹ ਆਲ ਓਵਰ ਇੰਡੀਆ ਹੈ। ਸੋ ਅਸੀਂ ਹੁਣ ਪੰਜਾਬ ਦੀ ਗੱਲ ਕਰ ਲੈਂਦੇ ਹਾਂ। ਫਾਰਮੇਸ਼ਨ ਡੇ ਆਫ ਮਲੇਰਕੋਟਲਾ। ਸੋ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਈਦ ਜਦੋਂ ਸੀ ਉਦੋਂ ਜਿਹੜਾ ਹੈ ਇਹਨਾਂ ਨੂੰ ਅਨਾਊਂਸ ਮਲੇਰਕੋਟਲਾ ਨੂੰ ਅਨਾਊਂਸ ਕੀਤਾ ਗਿਆ ਐਜ਼ ਏ ਡਿਸਟ੍ਰਿਕਟ। ਸੋ ਇਸ ਚੀਜ਼ ਨੂੰ ਜਾਣਨ ਤੋਂ ਪਹਿਲਾਂ ਅਸੀਂ ਇੱਕ ਹੋਰ ਚੀਜ਼ ਜਾਣਨਾ ਜ਼ਰੂਰੀ ਹੈ ਸਾਡੇ ਲਈ ਕਿ ਅਗਰ ਕੋਈ ਨਵਾਂ ਡਿਸਟ੍ਰਿਕਟ ਬਣਦਾ ਹੈ ਤਾਂ ਉਹਦੇ ਪਿੱਛੇ ਕੀ ਜ਼ਰੂਰਤ ਹੁੰਦੀ ਹੈ। ਸੋ ਫੋਰ ਐਗਜ਼ਾਮਪਲ ਤੁਸੀਂ ਇਹ ਡਾਇਗਰਾਮ ਤੋਂ ਸਮਝ ਸਕਦੇ ਹੋ ਜੋ ਅੱਜ ਦੇ ਟਾਈਮ ਦੇ ਵਿੱਚ ਹੁਣ ਦੇ ਟਾਈਮ ਦੇ ਵਿੱਚ ਪ੍ਰੈਜ਼ੈਂਟ ਟਾਈਮ 'ਚ ਮਲੇਰਕੋਟਲਾ ਹੈ ਉਹ ਕਿਸੇ ਪਹਿਲਾਂ ਸੰਗਰੂਰ ਡਿਸਟ੍ਰਿਕਟ ਦਾ ਪਾਰਟ ਸੀ। ਸੋ ਤੁਸੀਂ ਮੰਨ ਸਕਦੇ ਹੋ ਕਿ ਇਹ ਕੀ ਸੀ ਸੰਗਰੂਰ ਹੈ। ਸੋ ਜੋ ਇਹ ਸੀ ਨਾਰਥ ਸਾਈਡ ਇਹ ਕੀ ਸੀ ਮਲੇਰਕੋਟਲਾ। ਇਹ ਮੈਂ ਗੱਲ ਕਰ ਰਹੀ ਹਾਂ 14 ਮਈ 2021 ਤੋਂ ਪਹਿਲਾਂ ਦੀ। ਹੁਣ ਸੋ ਜਦੋਂ ਵੀ ਅਸੀਂ ਕੁਛ ਸਿੱਖਣਾ ਹੁੰਦਾ ਹੈ ਸੋ ਸਾਡਾ ਇਹ ਮੰਨਣਾ ਹੈ ਕਿ ਆਪਾਂ ਉਸ ਜਗ੍ਹਾ 'ਤੇ ਜਾ ਕੇ ਉੱਥੇ ਦੇ ਨੇਟਿਵ ਦੇ ਤਰ੍ਹਾਂ ਹੀ ਸੋਚੀਏ ਕਿ ਸਾਨੂੰ ਇਹਦਾ ਕੀ ਬੈਨੀਫਿਟ ਹੈ ਕਿ ਨਵਾਂ ਜੋ ਹੈ ਡਿਸਟ੍ਰਿਕਟ ਬਣ ਚੁੱਕਿਆ ਹੈ। ਸੋ ਦੇਖੋ ਅਸੀਂ ਇਸ ਟਾਈਮ ਮੰਨ ਕੇ ਚੱਲਦੇ ਹਾਂ ਵੀ ਆਰ ਦੀ ਨੇਟਿਵ ਆਫ ਮਲੇਰਕੋਟਲਾ। ਐਗਜ਼ੈਕਟਲੀ ਹੈ ਨਹੀਂ ਬਟ ਅਸੀਂ ਮੰਨ ਲੈਂਦੇ ਹਾਂ, ਸਪੋਜ਼ ਕਰ ਲਓ। ਸੋ ਅਸੀਂ ਜੋ ਹੈ ਮਲੇਰਕੋਟਲਾ ਦੇ ਨੇਟਿਵ ਹੈਗੇ ਆ। ਸੋ ਇਹ ਜੋ ਡਿਫਰੈਂਸ ਹੈ ਦੋਹਾਂ ਦੇ ਵਿੱਚ ਡਿਸਟ੍ਰਿਕਟ ਬੇਸ਼ੱਕ ਇਹ ਇੱਕੋ ਹੀ ਸੀ 35 ਕਿਲੋਮੀਟਰ ਹੈ। ਸੋ ਫੋਰ ਐਗਜ਼ਾਮਪਲ ਮਲੇਰਕੋਟਲਾ ਇੰਨਾ ਹੀ ਇਹਦੇ ਉੱਪਰ ਤੁਸੀਂ ਜਾਓਗੇ ਤਾਂ ਲੁਧਿਆਣਾ ਹੈ ਵੀ ਬਟ ਇਹ ਪਾਰਟ ਸੰਗਰੂਰ ਦਾ ਸੀ। ਸੋ ਸੰਗਰੂਰ ਜ਼ਿਆਦਾ ਸਾਡੇ ਲਈ ਇੰਪੋਰਟੈਂਟ ਹੈ। ਲੁਧਿਆਣਾ ਵੀ ਤੁਸੀਂ ਕਹਿ ਸਕਦੇ ਹੋ 32 ਕਿਲੋਮੀਟਰ ਹੈ। ਸੋ ਇਹ ਪਾਰਟ ਸੀ ਸੰਗਰੂਰ ਦਾ। ਸੋ
ਜਦੋਂ ਮਲੇਰਕੋਟਲਾ ਦੇ ਲੋਕਾਂ ਨੂੰ ਕੋਈ ਵੀ ਆਪਣਾ ਡਾਕੂਮੈਂਟ ਬਣਾਉਣਾ ਪੈਂਦਾ ਸੀ ਜਾਂ ਕੋਈ ਵੀ ਚੀਜ਼ ਜਿਹੜੀ ਆ ਬਣਾਉਣੀ ਪੈਂਦੀ ਸੀ, ਸੋ ਉਹ ਕੀ ਕਰਦੇ ਸੀਗੇ, ਉਹ ਜਿਹੜਾ ਆ ਮਲੇਰਕੋਟਲਾ ਤੋਂ ਕਿੱਥੇ ਜਾਂਦੇ ਸੀ, ਸੰਗਰੂਰ ਜਿਹੜਾ ਆ ਵਿਜ਼ਿਟ ਕਰਦੇ ਸੀ। ਸੋ ਇਸ ਤਰ੍ਹਾਂ ਕੀ ਹੁੰਦਾ ਸੀ, ਉਹਨਾਂ ਲਈ ਬਹੁਤ ਡਿਫਿਕਲਟ ਹੋ ਜਾਂਦਾ ਸੀ ਡੇਲੀ ਟੂ ਡੇਲੀ 35 ਕਿਲੋਮੀਟਰ ਜਾਣਾ। ਜਦੋਂ ਵੀ ਤੁਸੀਂ ਦੇਖੋ ਕੋਈ ਡਾਕੂਮੈਂਟ ਬਣਦਾ ਹੈ, ਸੋ ਕਿੰਨੇ ਜ਼ਿਆਦਾ ਗੇੜੇ ਜਿਹੜੇ ਕਚਹਿਰੀਆਂ ਦੇ ਲੱਗਦੇ ਨੇ। ਸੋ ਕੋਈ ਨਾ ਕੋਈ ਡਾਕੂਮੈਂਟ ਸਭ ਨੂੰ ਬਣਾਉਣਾ ਪੈਂਦਾ, ਜਾਂ ਹੋਰ ਵੀ ਕੋਈ ਵੀ ਜੋ ਫੈਸਿਲਿਟੀ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ, ਉਹ ਲੈਣ ਦੇ ਲਈ ਸਾਨੂੰ ਉਹਨਾਂ ਨੂੰ ਕੀ ਜਾਣਾ ਪੈਂਦਾ ਸੀਗਾ, ਮਲੇਰਕੋਟਲਾ ਦੇ ਨੇਟਿਵਸ ਨੂੰ ਸੰਗਰੂਰ ਜਿਹੜਾ ਜਾਣਾ ਪੈਂਦਾ ਸੀ। ਸੋ ਜਦ ਤੋਂ 2017 ਦਾ ਇਲੈਕਸ਼ਨ ਹੋਇਆ ਹੈ, ਸੋ ਉਸ ਟਾਈਮ ਤੋਂ ਜੋ ਹੈ ਮਲੇਰਕੋਟਲਾ ਦੇ ਲੋਕਾਂ ਦੀ ਡਿਮਾਂਡ ਸੀ ਪੰਜਾਬ ਗਵਰਨਮੈਂਟ ਦੇ ਕੋਲੋਂ। ਐਕਚੁਅਲੀ ਇਹ ਤੋਂ ਵੀ ਪਹਿਲਾਂ ਦੇ ਟਾਈਮ ਸੀ, ਜਿੰਨੀਆਂ ਵੀ ਗਵਰਨਮੈਂਟ ਪੰਜਾਬ ਦੀਆਂ ਆਈਆਂ, ਸੋ ਉਹਨਾਂ ਕੋਲ ਇਹ ਡਿਮਾਂਡ ਸੀ ਕਿ ਸਾਨੂੰ ਜੋ ਹੈ ਮਲੇਰਕੋਟਲਾ ਨੂੰ ਐਜ਼ ਏ डिस्ट्रिक्ट जो है डिक्लेयर कर दिता जाए। और पंजाब गवर्नमेंट, कांग्रेस गवर्नमेंट ने जो है मैनीफेस्टो दे विच लिखिया सी मलेरकोटला नूं क्या करांगे, जदों साडी गवर्नमेंट बनूगी असीं इहनूं जिहड़ा है डिस्ट्रिक्ट बनावांगे। सो एक इहदे नाल होर चीज़ कह सकते हो इंपॉर्टेंट है कि मलेरकोटला इक्को एक इदां दी जो है पंजाब दी डिस्ट्रिक्ट है जो कि मुस्लिम majority है। ਤੁਸੀਂ ਦੇਖ ਸਕਦੇ ਹੋ ਮੁਸਲਿਮ ਮੈਜੋਰਟੀ ਹੈ। ਸੋ ਇੱਥੇ ਦੀ ਟੋਟਲ ਪਾਪੂਲੇਸ਼ਨ ਦਾ 60% ਜਨਤਾ ਕੀ ਹੈ, ਮੁਸਲਿਮ ਹੈ। ਸੋ ਹੋਰ ਕੋਈ ਵੀ ਅਗਰ ਤੁਸੀਂ ਪੰਜਾਬ ਦਾ ਡਿਸਟ੍ਰਿਕਟ ਦੇਖੋਗੇ, ਇੰਨੀ ਜ਼ਿਆਦਾ ਜੋ ਹੈ ਮੁਸਲਿਮ ਮੈਜੋਰਟੀ ਸਟੇਟ ਨਹੀਂ ਹੈ। ਸੋ ਇਹ डिस्ट्रिक्ट नहीं है। सो बाकी सारे जो है मिक्स है, बट ये जो है मुस्लिम मेजोरिटी डिस्ट्रिक्ट है। सो इसे करके एक जो है जदों 14 मई नूं बनाया गया है मलेरकोटला, उस टाइम जो है यूपी के जो CM ने मिस्टर योगी आदित्यनाथ, उन्होंने जो एक कह लो ट्विटर पर जो है कमेंट आया सी कि पंजाब गवर्नमेंट जो की कर रही है डिवाइड एंड रूल की पॉलिसी नूं जिहड़ा है चला रही है। सो जबकि ऐदा कुछ नहीं है। सो असीं हर एक चीज़ नूं जो पॉजिटिव लेना है कि अगर कोई डिस्ट्रिक्ट न्यू बनया है तो मलेरकोटला के नेटिव्स नूं किन्ना उहदे लई फायदा होगा। मलेरकोटला दे विच अपना जो है डिस्ट्रिक्ट एडमिनिस्ट्रेशन चलूगा, उन्होंने कोई भी डॉकूमेंट बनाना, उन्होंने कोई केसिस वगैरह चल रहे हैं, सो अपने ही एरिए दे विच जिहड़ा है देखणगे, ना कि वो इन्ना सफ़र तय करके जिद्दां पहलां संगरूर जांदे सी। सो असीं इहदे विच पॉजिटिव देखना है, किहड़ी पोलीटिकल पार्टी की कह रही है, सो वो डजंट मैटर, इत्थे मैटर नहीं करता। सो इस सिंपल ਤੁਹਾਨੂੰ ਦੱਸਿਆ ਹੈ ਕਿ ਕੀ ਜਿਹੜੀਆਂ ਜ਼ਰੂਰਤਾਂ ਸੀ ਕਿ ਇੱਥੇ ਦੇ ਲੋਕਾਂ ਨੂੰ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਸੀ, ਕਿਉਂਕਿ ਸੰਗਰੂਰ ਉਹਨਾਂ ਨੂੰ ਬਹੁਤ ਜ਼ਿਆਦਾ ਦੂਰ ਪੈਂਦਾ ਸੀ। सो फॉर्मेशन डे हो गया 14 मई 2021। इस दिन ईद सी और ईद के मौके पर मलेरकोटला के नेटिव्स नूं पंजाब गवर्नमेंट वालों एक कह लो गिफ्ट मिले है। सो टोटल तहसील्स इन मलेरकोटला, ये तुहानूं क्वेश्चन आ सकता मलेरकोटला दे विच कितनियां तहसील्स ने। मलेरकोटला दे विच टोटल 2 तहसील्स ने, एक है मलेरकोटला, एक है अहमदगढ़। सो कुछ जो है कन्फ्यूज़ भी तुम हो जाते हो, कुछ परसनस कहते हैं कि 3 है, 3 नहीं है, टोटल जो है 2 जो है तहसील है, बट जो सब तहसील है तीसरी अमरगढ़ है। याद रखियो 2 तहसीलों ने, एक की है सब तहसील की है अमरगढ़ है। सो टोटल नंबर ऑफ विलेजेस मलेरकोटला के टोटल जो है पिंडों की संख्या हैगी है वो 192 है। सो टोटल नंबर ऑफ पटवार सर्कल, किन्ने जो है पटवार सर्कल पैंदे ने, किन्ने पटवारी इन्होंने पैंदे ने, 62 जो है पटवारी पैंदे ने। सो तुहानूं पता है कि कई पिंडों का एक पटवारी हुंदा, सो इस करके सिर्फ 62 पटवारी इन्होंने पैंदे ने। सो एस्टैबलिशमेंट ऑफ मलेरकोटला बाय शेख सदरुद्दीन सदरे जहाँ। सो ये काफ़ी लंबी कह लो स्टोरी है। सो इत्थे तुहानूं फॉर्मेशन डे दस्सिया गया है, ठीक है। अगर तुहानूं फॉर्मेशन डे पुछदे आ एग्जैक्ट वो हुणे ही है जदों मलेरकोटला दा एज ए डिस्ट्रिक्ट जन्म होया है, ठीक है, 14 मई 2021। सो ये की है एस्टैबलिशमेंट, स्थापना किहने कीती सी, शेख सदरुद्दीन सदरे जहान ने, जिन्होंने असीं शॉर्ट दे विच जिहड़ा है हैदर शेख कहने आ। सो उन्होंने जो है दी एस्टैबलिशमेंट की सी। सो इन्हां दे पिछे देखो काफ़ी फेमस सीगे हैदर शेख, अगर तुसीं इन्हां नूं जाणो, इन्हां दी हिस्टरी देखो। सो एक छोटी जी स्टोरी है इहदे विच कि हैदर शेख जो सीगे इन्होंने अफगान के रहने वाले सी। सो जिमें कि तुहानूं पता है कि अफगान कुछ साडे उत्ते फॉरनर्स आए ने, अफगान दे आए ने, ब्रिटिशर्स आए ने, होर मैनी मोर बहुत सारे आए ने। जो अफगान दे आए सी तो उस टाइम जिहड़े शेख सदरुद्दीन सदरे जहान, सो असीं हैदर अली दे नाम तो शेख हैदर दे नाम तो जिहड़ा असीं जाणदे हां। सो असीं इन्हां दा सिर्फ शेख हैदर कह के लवांगे क्योंकि काफ़ी बड़ा नेम है, वैसे तुसीं नाम याद रख लिओ। सो जो शेख हैदर सीगे उन्होंने आण के इत्थे
ਮਲੇਰਕੋਟਲਾ ਦੇ ਵਿੱਚ ਆਪਣੀ ਇਬਾਦਤ ਕਰਨੀ ਸਟਾਰਟ ਕਰ ਦਿੱਤੀ। ਜਿਵੇਂ ਤੁਸੀਂ ਜਾਣਦੇ ਹੋ ਕਿ ਸਾਰੇ ਸੂਫੀ ਸੰਤ ਫਕੀਰ ਕਿਵੇਂ ਕਰਦੇ, ਉਹਨਾਂ ਦਾ ਰੱਬ 'ਚ ਪੂਰਾ ਵਿਸ਼ਵਾਸ ਹੁੰਦਾ, ਸੋ ਉਹਨਾਂ ਨੇ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ। ਸੋ ਇਹ ਇਤਿਹਾਸ ਕਹਿੰਦਾ ਇੱਦਾਂ ਕਿ ਜਿਸ ਟਾਈਮ ਬਹਿਲੋਲ ਲੋਧੀ ਵੰਸ਼ ਜੋ ਕਿ ਇੰਡੀਆ ਦੀ ਹਿਸਟਰੀ ਦੇ ਵਿੱਚ ਮੋਸਟ ਇੰਪੋਰਟੈਂਟ ਹੈ, ਜਦੋਂ ਮੁਗਲ ਆਏ ਸੀ, ਸੋ ਉਹਨਾਂ ਨੇ ਬਹਿਲੋਲ ਲੋਧੀ ਜਦੋਂ ਇੰਡੀਆ ਦੇ ਵਿੱਚ ਆਏ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਦਿੱਲੀ ਜੋ ਹੈ ਫਤਿਹ ਕਰਨਾ ਹੈ। ਸੋ ਉਹਨਾਂ ਨੇ ਇੱਕ ਟਾਈਮ ਆਏ ਤੇ ਰਾਤ ਨੂੰ ਜੋ ਹੈ ਤੂਫਾਨ ਆ ਗਿਆ। ਤੂਫਾਨ ਆਉਣ ਕਰਕੇ ਉਹਨਾਂ ਨੇ ਇੱਕ ਜਗ੍ਹਾ 'ਤੇ ਟਿਕਾਣਾ ਆਪਣਾ ਦੇਖਿਆ ਕਿ ਤੂਫਾਨ ਨਿਕਲ ਜਾਊਗਾ ਤੇ ਦੈਨ ਅਸੀਂ ਜਿਹੜਾ ਹੈ ਦਿੱਲੀ ਫਤਿਹ ਕਰਨ ਚਲਾਂਗੇ। ਸੋ ਤੂਫਾਨ ਇੰਨਾ ਜ਼ਿਆਦਾ ਵੱਧ ਗਿਆ ਕਿ ਜਿਸ ਜਗ੍ਹਾ 'ਤੇ ਉਹ ਰੁਕੇ ਸੀ ਆਲੇ ਦੁਆਲੇ ਸਾਰੇ ਪਾਸੇ ਕਿਆ ਹੋਇਆ, ਸਾਰਾ ਸਮਾਨ ਜਿੱਦਾਂ ਉਥਲ ਫੁਥਲ ਗਿਆ। ਤੁਸੀਂ ਦੇਖਦੇ ਹੋ ਜਦੋਂ ਹਵਾ ਮੀਂਹ ਹਨੇਰੀ ਆ ਜਾਂਦਾ ਕਿ ਕਿਸ ਤਰੀਕੇ ਦਾ ਸਿਸਟਮ ਹੋ ਜਾਂਦਾ। ਬਟ ਉਹਨਾਂ ਨੇ ਸਾਹਮਣੇ ਇੱਕ ਜੋ ਹੈ ਝੋਪੜੀ ਦੇਖੀ ਜਿਹਦੇ ਵਿੱਚ ਜਿਹੜਾ ਆ ਕੋਈ ਇੱਕ ਜਿਹੜਾ ਹੈ ਛੋਟਾ ਜਿਹਾ ਤੁਸੀਂ ਕਹਿ ਸਕਦੇ ਹੋ ਤਿਣਕਾ ਤੱਕ ਵੀ ਨਹੀਂ ਹਿੱਲਿਆ। ਉਹ ਝੋਪੜੀ ਪ੍ਰੋਪਰ ਜਿਹੜੀ ਆ ਟਿਕੀ ਹੋਈ ਸੀ। ਸੋ ਉਸ ਟਾਈਮ ਉਹਨਾਂ ਨੂੰ ਇੱਦਾਂ ਲੱਗਾ ਕਿ ਕੋਈ ਨਾ ਕੋਈ ਮਹਾਨ ਸ਼ਖਸੀਅਤ ਹੈ ਜੋ ਇਬਾਦਤ ਕਰ ਰਹੀ ਹੈ, ਜੋ ਕਿ ਆਪਣੇ ਪਰਮਾਤਮਾ ਦੇ ਵਿੱਚ ਲੀਨ ਹੈ। ਸੋ ਜਦੋਂ ਉਹਨਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਹਾਂਜੀ ਕਿ ਇੱਥੇ ਜੋ ਹੈ ਇੱਕ ਬਜ਼ੁਰਗ ਰਹਿੰਦੇ ਨੇ ਜੋ ਕਿ ਇਬਾਦਤ ਕਰਦੇ ਨੇ। ਉਹਨਾਂ ਦਾ ਨਾਮ ਹੈਗਾ ਸ਼ੇਖ ਸਦਰੁਦੀਨ ਸਦਰੇ ਜਹਾਨ, ਹੈਦਰ ਸ਼ੇਖ ਦੀ ਅਸੀਂ ਗੱਲ ਕਰਦੇ ਹਾਂ। ਸੋ ਉਹਨਾਂ ਨੇ ਉਹਨਾਂ ਨੂੰ ਜਾ ਕੇ ਮਿਲੇ ਅਤੇ ਉਹਨਾਂ ਨੇ ਕਿਹਾ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਪਿੰਡਾਂ ਦੇ ਵਿੱਚ ਬਹੁਤ ਪਹੁੰਚੇ ਲੋਕ ਹੁਣ, ਸੋ ਅਸੀਂ ਪੁੱਛਣ ਲੱਗ ਪੈਂਦੇ ਹਾਂ, ਮੰਗਣ ਲੱਗ ਪੈਂਦੇ ਹਾਂ। ਸੋ ਇਸੇ ਤਰੀਕੇ ਨਾਲ ਬਹਿਲੋਲ ਲੋਧੀ ਨੇ ਕਿਆ ਕੀਤਾ, ਉਹਨਾਂ ਨੇ ਕਿਹਾ ਕਿ ਤੁਸੀਂ ਮਹਾਰਾਜ ਜੀ ਸਾਨੂੰ ਆਸ਼ੀਰਵਾਦ ਦਿਓ ਕਿ ਅਸੀਂ ਜੋ ਹੈ ਦਿੱਲੀ ਫਤਿਹ ਕਰਨਾ ਹੈ। ਸੋ ਜਿਵੇਂ ਕਿ ਫਕੀਰਾਂ ਦਾ ਬਚਨ ਹੀ ਹੁੰਦਾ ਹੈ ਕਿ ਉਹਨਾਂ ਤੋਂ ਜੋ ਮੰਗ ਲਓ ਜੋ ਹਾਂ ਕਰ ਦਿੰਦੇ ਨੇ। ਸੋ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਜਾਓ ਦਿੱਲੀ ਫਤਿਹ ਕਰੋ। ਸੋ ਜਦੋਂ ਤੂਫਾਨ ਹਟਿਆ ਥੋੜ੍ਹੇ ਟਾਈਮ ਬਾਅਦ ਤੁਸੀਂ ਦੇਖੋ ਬਹਿਲੋਲ ਲੋਧੀ ਪੂਰੀ ਲੋਧੀ ਵੰਸ਼ ਨੇ ਜੋ ਹੈ ਦਿੱਲੀ ਦੇ ਉੱਤੇ ਸ਼ਾਸਨ ਕੀਤਾ ਹੈ। ਸੋ ਆਫਟਰ ਸਮ ਟਾਈਮ ਜਦੋਂ ਬਹਿਲੋਲ ਲੋਧੀ ਵਾਪਸ ਪੰਜਾਬ ਦੇ ਵਿੱਚ ਆਏ, ਮਲੇਰਕੋਟਲਾ ਤੋਂ ਗੁਜ਼ਰ ਰਹੇ ਸੀ, ਤਾਂ ਉਹਨਾਂ ਨੇ ਉਹਨਾਂ ਨੂੰ ਥੈਂਕਸ ਕਰਨ ਦੇ ਲਈ ਇੱਕ ਜੋ ਹੈ ਜਾਗੀਰ ਦੇ ਦਿੱਤੀ ਜਿਹਦਾ ਨਾਮ ਸੀ ਮਲੇਰ ਅਤੇ ਕੋਟਲਾ। ਇਸ ਕਰਕੇ ਕਿਉਂਕਿ ਇਹਨਾਂ ਦੇ ਜੋ ਪੂਰਵਜ ਸੀਗੇ ਇਹਨਾਂ ਦੇ ਹੈਦਰ ਸ਼ੇਖ ਦੇ, ਇਹਨਾਂ ਨੇ ਬਾਅਦ ਵਿੱਚ ਆ ਕੇ ਕਾਫੀ ਜ਼ਿਆਦਾ ਕਿਲੇ ਬਣਾ ਲਏ ਸੀ। ਕੋਟਲਾ ਦਾ ਮਤਲਬ ਹੁੰਦਾ ਫੋਰਟ, ਕਿਲੇ, ਠੀਕ ਹੈ, ਕਾਫੀ ਜ਼ਿਆਦਾ ਕਿਲੇ ਬਣਾ ਲਏ ਸੀ। ਜਦੋਂ ਮਲੇਰ ਇੱਕ ਜਗੀਰ ਗਿਫਟ ਕਰ ਦਿੱਤੀ ਗਈ ਅਤੇ ਉੱਤੇ ਬਹੁਤ ਜ਼ਿਆਦਾ ਕਿਲੇ ਬਣ ਗਏ ਤਾਂ ਉਹ ਕੀ ਹੋ ਗਿਆ, ਮਲੇਰ ਕੋਟਲਾ ਇੱਕ ਡਿਸਟ੍ਰਿਕਟ ਜੋ ਹੈ ਹੋ ਗਿਆ, ਜੋ ਕਿ ਹੁਣ ਜੋ ਹੈ 14 ਮਈ 2021 ਨੂੰ ਪੰਜਾਬ ਸਰਕਾਰ ਵੱਲੋਂ ਇਹਨੂੰ ਪ੍ਰੋਪਰ ਜੋ ਹੈ ਇੱਕ ਡਿਸਟ੍ਰਿਕਟ ਦਾ ਦਰਜਾ ਜਿਹੜਾ ਹੈ ਦੇ ਦਿੱਤਾ ਗਿਆ। ਸੋ ਇਹ ਸਿੰਪਲ ਜਿਹੀ ਸਟੋਰੀ ਸੀ ਕਿ ਐਸਟੈਬਲਿਸ਼ਮੈਂਟ ਕਿੱਦਾਂ ਹੋਈ ਹੈ, ਕਿਹਨਾਂ ਨੇ ਕੀਤੀ ਹੈ, ਸਦਰੁਦੀਨ ਸਦਰੇ ਜਹਾਨ ਨੇ ਕੀਤੀ ਹੈ। ਸੋ ਇਹਦਾ ਇੱਕ ਸਿੱਖ ਹਿਸਟਰੀ ਦੇ ਵਿੱਚ ਹੋਰ ਮੋਸਟ ਇੰਪੋਰਟੈਂਟ ਕਹਿ ਸਕਦੇ ਹੋ ਰੈਲੇਵੈਂਸ ਹੈ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੋ 10ਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਉਸ ਟਾਈਮ ਦੀ ਗੱਲ ਹੈ, ਸਰਹਿੰਦ ਦੇ ਜੋ ਵਜ਼ੀਰ ਸੀਗੇ, ਸਰਹਿੰਦ ਦਾ ਜੋ ਸੂਬੇਦਾਰ ਸੀ ਵਜ਼ੀਰ ਖਾਨ, ਔਰੰਗਜ਼ੇਬ ਦੇ ਕਹਿਣ ਦੇ ਉੱਤੇ ਉਹਨਾਂ ਨੇ ਕੀਤਾ ਸੀ ਕਿ ਉਹਨਾਂ ਨੂੰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜੋ ਹੈ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ ਜੋ ਹੈ ਨੀਹਾਂ 'ਚ ਚੁਣਵਾਉਣ ਦਾ ਹੁਕਮ ਦੇ ਦਿੱਤਾ ਗਿਆ। ਸੋ ਇਸੇ ਤਰੀਕੇ ਨਾਲ ਜੋ ਹੈ ਉੱਥੇ ਇੱਕ ਕਿਉਂਕਿ ਦੋਵੇਂ ਹੀ ਮੁਸਲਿਮ ਸੀਗੇ, ਵਜ਼ੀਰ ਖਾਨ ਵੀ ਔਰੰਗਜ਼ੇਬ ਵੀ, ਔਰ ਉਹਨਾਂ ਨੇ ਕਿਆ ਕੀਤਾ ਕਿ ਇਹ ਸਿੱਖੀਜ਼ਮ ਨਾਲ ਰਿਲੇਟਡ ਹੈ। ਸੋ ਧਰਮਾਂ 'ਤੇ ਨਾ ਜਾਇਓ, ਜੋ ਉਹਨਾਂ ਦੀ ਥਿੰਕਿੰਗ ਸੀ ਮੈਂ ਸਿਰਫ ਉਹ ਦੱਸ ਰਹੀ ਹਾਂ ਤੁਹਾਨੂੰ। ਸੋ ਉਹਨਾਂ ਨੇ ਕਿਹਾ ਕਿ ਸਿੱਖੀਜ਼ਮ ਦੇ ਰਿਲੇਟਡ ਨੇ। ਉਹਨਾਂ ਨੇ ਆਪਣੇ ਆਲੇ ਦੁਆਲੇ ਦੇ ਜੋ ਵੀ ਬੜੇ ਸ਼ੇਖ ਸੀਗੇ ਉਹਨਾਂ ਨੂੰ ਸੱਦਿਆ ਕਿ ਅਸੀਂ ਇਹਨਾਂ ਨੂੰ ਫੜ ਲਿਆ, ਤੁਸੀਂ ਜੋ ਪਨਿਸ਼ਮੈਂਟ ਦੇਣੀ ਹੈ ਦੇ ਸਕਦੇ ਹੋ। ਸੋ ਇਹਦੇ ਇੱਕ ਜਿਹੜੇ ਸੀਗੇ ਸ਼ੇਖ ਨਵਾਬ ਸੀਗੇ ਸ਼ੇਰ ਮੁਹੰਮਦ ਖਾਨ, ਠੀਕ ਹੈ, ਉਹਨਾਂ ਨੂੰ ਬੁਲਾਇਆ ਗਿਆ। ਜਦੋਂ ਉਹਨਾਂ ਨੇ ਦੇਖਿਆ ਕਿ ਇਹ ਤਾਂ 9 ਸਾਲ ਦੇ 7 ਸਾਲ ਦੇ ਬੱਚੇ ਨੇ, ਸੋ ਉਹਨਾਂ ਨੇ ਕਿਹਾ ਕਿ ਕੁਰਾਨ ਜੋ ਹੈ ਸਾਡਾ ਇਸਲਾਮ ਧਰਮ ਜੋ ਹੈ ਉਹ ਜਿਹੜਾ ਅਲਾਓ ਨਹੀਂ ਕਰਦਾ ਹੈਗਾ ਕਿ ਅਸੀਂ ਛੋਟੇ ਬੱਚਿਆਂ ਨੂੰ ਨੀਹਾਂ 'ਚ ਚਿਣਵਾ ਕੇ ਅਣਮਨੁੱਖੀ ਸਜ਼ਾਵਾਂ ਦਿੱਤੀਆਂ ਜਾਣ। ਸੋ ਉਹਨਾਂ ਨੂੰ ਬਹੁਤ ਰਿਕੁਐਸਟ ਕੀਤੀ, ਰੋਕਿਆ ਕਿ ਤੁਸੀਂ ਇੱਦਾਂ ਜਿਹੜਾ ਹੈ ਨਾ ਕਰੋ, ਬਿਲਕੁਲ ਇਹ ਚੀਜ਼ ਚੰਗੀ ਨਹੀਂ ਲੱਗਦੀ ਕਿ ਬੱਚੇ ਬਹੁਤ ਛੋਟੇ ਨੇ, ਕੋਈ ਵੀ ਧਰਮ ਉਸ ਟਾਈਮ ਉਹਨਾਂ ਦਾ ਇਸਲਾਮ ਸੀ, ਬੇਸ਼ੱਕ ਕੋਈ ਵੀ ਧਰਮ ਹੋਵੇ, ਛੋਟੇ ਬੱਚਿਆਂ ਨੂੰ ਨੀਹਾਂ 'ਚ ਚਿਣਵਾਉਣਾ ਜੋ ਹੈ ਪੋਸੀਬਲ ਜਾਂ ਅਣਮਨੁੱਖੀ ਕਹਿ ਸਕਦੇ ਹੋ। ਸੋ ਉਹਨਾਂ ਨੇ ਬਹੁਤ ਰਿਕੁਐਸਟ ਕੀਤੀ। ਸੋ ਇਸ ਹੀ ਚੀਜ਼ ਨੂੰ ਜਦੋਂ ਨਹੀਂ ਮੰਨੇ ਵਜ਼ੀਰ ਖਾਨ ਅਤੇ ਔਰੰਗਜ਼ੇਬ ਜਦੋਂ ਨਹੀਂ ਮੰਨਿਆ, ਸੋ ਉਸ ਟਾਈਮ ਜੋ ਹੈ ਸ਼ੇਰ ਮੁਹੰਮਦ ਖਾਨ ਜੋ ਨਵਾਬ ਸੀਗੇ ਉਹਨਾਂ ਨੇ ਇੱਕ ਹਾ ਦਾ ਨਾਰਾ ਮਾਰਿਆ ਸੀ। ਸੋ ਹਾ ਦਾ ਨਾਰਾ ਕਿਆ ਸੀ, ਅਗਰ ਤੁਹਾਨੂੰ ਇੰਸੀਡੈਂਟ ਬਹੁਤ ਫੇਮਸ ਹੈ ਪੁੱਛ ਲਿਆ ਜਾਂਦਾ ਹਾ ਦਾ ਨਾਰਾ ਕੀ ਸੀ। ਸੋ ਹਾ ਦਾ ਨਾਰਾ ਇੱਕ ਇੰਸੀਡੈਂਟ ਸੀ ਜਦੋਂ ਸ਼ੇਰ ਮੁਹੰਮਦ ਖਾਨ ਜੋ ਕਿ ਨਵਾਬ ਸੀਗੇ ਉਹਨਾਂ ਨੇ ਰਿਕੁਐਸਟ ਕੀਤੀ ਸੀ ਵਜ਼ੀਰ ਖਾਨ ਨੂੰ ਕਿ ਤੁਸੀਂ ਇਹਨਾਂ ਨੂੰ ਇੱਦਾਂ ਨਾ ਕਰੋ ਅਤੇ ਇਹਨਾਂ ਨੂੰ ਛੱਡ ਦਿਓ ਬੱਚਿਆਂ ਨੂੰ। ਅਤੇ ਉਹਨਾਂ ਨੇ ਜਦੋਂ ਨਹੀਂ ਮੰਨਿਆ ਤਾਂ ਫਿਰ ਉਹ ਜਿਹੜਾ ਹੈ ਉਸ ਜਗ੍ਹਾ ਨੂੰ ਛੱਡ ਕੇ ਆ ਗਏ ਸੀ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਸੋ ਜਦੋਂ ਇਹ ਹੁਕਮ ਦਿੱਤਾ ਗਿਆ ਸੀ ਉਸ ਟਾਈਮ ਦੀ ਗੱਲ ਸੀ। ਫਿਰ ਉਹਨਾਂ ਨੇ ਸ਼ੇਰ
ਨਵਾਬ ਸ਼ੇਰ ਮੁਹੰਮਦ ਖਾਨ ਨੇ ਉਹਨਾਂ ਨੂੰ ਲੈਟਰ ਲਿਖਿਆ ਸੀ ਪਰਸ਼ੀਅਨ ਲੈਂਗੁਏਜ ਦੇ ਵਿੱਚ ਔਰੰਗਜ਼ੇਬ ਨੂੰ ਕਿ ਮੇਰੀ ਤੁਹਾਨੂੰ ਇਹ ਕਹਿ ਲਓ ਇੱਕ ਤਰੀਕੇ ਨਾਲ ਬੇਨਤੀ ਹੈ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਕੁਛ ਨਾ ਕਰੋ, ਜੋ ਵੀ ਸਜ਼ਾ ਦੇਣੀ ਹੈ ਤੁਸੀਂ ਪਲੀਜ਼ ਇਹਨਾਂ ਨੂੰ ਕਿ ਡੈਥ ਇਹਨਾਂ ਦੀ ਇਸ ਤਰੀਕੇ ਨਾਲ ਨਾ ਕਰੋ, ਅਤੇ ਇਹਨਾਂ ਦੀ ਜੋ ਵੀ ਇਹਨਾਂ ਦੀ ਮਤਲਬ ਪੂਰੀ ਤੁਸੀਂ ਮੈਨੂੰ ਦੇ ਦਿਓ, ਇਹਨਾਂ ਬੱਚਿਆਂ ਨੂੰ ਮੈਨੂੰ ਦੇ ਦਿਓ, ਇਹਨਾਂ ਦਾ ਅੱਗੇ ਮੈਂ ਦੇਖ ਲੂੰਗਾ। ਬਟ ਜਦੋਂ ਤੱਕ ਇਹ ਲੈਟਰ ਔਰੰਗਜ਼ੇਬ ਕੋਲ ਪਹੁੰਚਦਾ ਹੈ ਤਦ ਤੱਕ ਜੋ ਛੋਟੇ ਸਾਹਿਬਜ਼ਾਦੇ ਸੀਗੇ ਉਹ ਸ਼ਹੀਦ ਕਰ ਦਿੱਤੇ ਗਏ ਸੀ ਵਜ਼ੀਰ ਖਾਨ ਦੇ ਦੁਆਰਾ। ਬਟ ਜਦੋਂ ਇਹੀ ਸਾਰੀ ਸਟੋਰੀ ਗੁਰੂ ਗੋਬਿੰਦ ਸਿੰਘ ਜੀ ਸੁਣਦੇ ਨੇ ਜਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮੇਰੇ 2 ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਨਹੀਂ ਰਹੇ, ਤਾਂ ਉਹਨਾਂ ਨੇ ਜਦੋਂ ਇਹ ਪੁੱਛਿਆ ਸੀ ਕਿ ਕੀ ਇੱਥੇ ਕੋਈ ਇੱਕ ਵੀ ਪਰਸਨ ਨਹੀਂ ਹੈ ਜਿਨ੍ਹਾਂ ਨੇ ਮੇਰੇ ਬੱਚੇ ਔਰ ਮੇਰੇ ਮਾਤਾ ਜੀ ਦੀ ਸਪੋਰਟ ਦੇ ਵਿੱਚ ਆਏ ਹੋਣ। ਸੋ ਉੱਥੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਨਹੀਂ, ਨਵਾਬ ਸ਼ੇਰ ਮੁਹੰਮਦ ਖਾਨ ਬਹੁਤ ਜਿਹੜਾ ਸਪੋਰਟ ਦੇ ਵਿੱਚ ਆਏ ਸੀਗੇ। ਸੋ ਉਹਨਾਂ ਨੇ ਪੂਰੀ ਸਪੋਰਟ ਜੋ ਹੈ ਕੀਤੀ ਵੀ ਹੈ। ਸੋ ਫਿਰ ਉਹਨਾਂ ਨੇ ਕਹਿ ਲਓ ਇੱਕ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਤਲਵਾਰ ਭੇਜੀ ਸੀ ਜੋ ਅੱਜ ਵੀ ਮਲੇਰਕੋਟਲਾ ਦੀ ਜੋ ਬੇਗਮ ਹੈ ਉਹਦੇ ਕੋਲ ਹੈ। ਸੋ ਉਹਨਾਂ ਨੇ ਜਿਹੜੀ ਤਲਵਾਰ ਭੇਜੀ ਸੀਗੀ ਉਹ ਇੱਕ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਸੀ, ਵੈਸੇ ਕਿ ਕੋਈ ਪਰਸਨ ਸੀ ਜਦੋਂ ਮੈਂ ਪ੍ਰੈਜ਼ੈਂਟ ਨਹੀਂ ਸੀ ਉਸ ਟਾਈਮ, ਅਤੇ ਉਹਨਾਂ ਨੇ ਜੋ ਹੈ ਮੇਰੇ ਬੱਚਿਆਂ ਦਾ ਸਾਥ ਦੇਣ ਦੇ ਲਈ ਕੋਸ਼ਿਸ਼ ਕੀਤੀ ਹੈ। ਸੋ ਇਹ ਹੀ ਜਿਹੜਾ ਇੰਸੀਡੈਂਟ ਨੂੰ ਹਾਂ ਦਾ ਨਾਰਾ ਕਹਿੰਦਾ ਹੈ। ਔਰ ਵੈਸੇ ਵੀ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਸੀਸ ਦਿੱਤੀ ਸੀ, ਕਹਿ ਲਓ ਕਿ ਮਲੇਰਕੋਟਲਾ ਵਿੱਚ ਹਮੇਸ਼ਾ ਹੀ ਸ਼ਾਂਤੀ ਅਤੇ ਖੁਸ਼ਹਾਲੀ, ਹੈਪੀਨੈਸ ਇਸ ਤਰੀਕੇ ਦਾ ਮਾਹੌਲ ਰਹੇਗਾ। ਸੋ ਵਰਦਾਨ ਮੰਨਿਆ ਜਾਂਦਾ ਹੈ ਉੱਥੇ। ਅੱਜ ਵੀ ਤੁਸੀਂ ਦੇਖੋਗੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 60% ਪੋਪੂਲੇਸ਼ਨ ਕਿਆ ਹੈ ਉੱਥੇ ਮੁਸਲਿਮ ਮੈਜੋਰਟੀ ਹੈ, ਉਸ ਤੋਂ ਬਾਅਦ ਹਿੰਦੂ ਧਰਮ ਹੈ, ਉਸ ਤੋਂ ਬਾਅਦ ਸਿੱਖੀਜ਼ਮ ਹੈ, ਉਸ ਤੋਂ ਬਾਅਦ ਜੋ ਹੈ ਈਸਾਈ ਹੈ। ਸੋ ਈਸਾਈ ਬਹੁਤ ਘੱਟ ਨੇ, ਬਟ ਉਹ 4 ਹੀ ਧਰਮ ਜੋ ਹੈ ਆਪਸ ਦੇ ਵਿੱਚ ਹਮੇਸ਼ਾ ਮਿਲ ਜੁਲ ਕੇ ਈਦ ਜਾਂ ਕੁਛ ਹੋਰ ਜੋ ਫੈਸਟੀਵਲਸ ਨੇ, ਗੁਰੂ ਸਾਹਿਬਾਨ ਦੇ ਬਰਥਡੇ ਹੋ ਗਏ, ਗੁਰਪੁਰਬ ਜੋ ਅਸੀਂ ਸੈਲੀਬ੍ਰੇਟ ਕਰਦੇ ਹਾਂ, ਕ੍ਰਿਸਚੈਨਿਟੀ ਦਾ ਕੋਈ ਵੀ ਕ੍ਰਿਸਮਸ ਹੋਵੇ ਜਾਂ ਮੁਹਰਮ ਹੋਵੇ ਮੁਸਲਿਮ ਇਸਲਾਮ ਕਮਿਊਨਿਟੀ ਦਾ, ਸੋ ਸਾਰੇ ਹੀ ਜੋ ਹੈ ਬਹੁਤ ਹੀ ਪਿਆਰ ਨਾਲ ਵਧੀਆ ਤਰੀਕੇ ਨਾਲ ਜੋ ਕੀ ਹੈ ਸੈਲੀਬ੍ਰੇਟ ਕਰਦੇ ਆ। ਸੋ ਇਹ ਸੀ 2 ਇੱਕ ਸਿੰਪਲ ਕਹਿ ਸਕਦੇ ਹੋ ਇੰਸੀਡੈਂਟ ਜੋ ਹਿਸਟਰੀ ਦੇ ਵਿੱਚ ਬਹੁਤ ਫੇਮਸ ਨੇ। ਸੋ ਇਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਕਿ ਪੰਜਾਬ ਗੌਰਮੈਂਟ ਨੇ 14 ਮਈ 2021 ਨੂੰ ਜਦੋਂ ਐਜ਼ ਏ ਡਿਸਟ੍ਰਿਕਟ ਮਲੇਰਕੋਟਲਾ ਨੂੰ ਪੇਸ਼ ਕੀਤਾ ਹੈ, ਹੋਰ ਕਿਹੜੀਆਂ ਚੀਜ਼ਾਂ ਕਈਆਂ ਨੇ ਜੋ ਕਿ ਮੇਨ ਤੌਰ 'ਤੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆ ਸਕਦੀਆਂ ਹੈ। ਸੋ ਟੋਟਲ ਜੋ ਹੈ ਮਲੇਰਕੋਟਲਾ ਦੇ ਲਈ ਉਹਦੀ ਐਸਟੈਬਲਿਸ਼ਮੈਂਟ ਲਈ, ਸਾਰੇ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਲਈ ਪੰਜਾਬ ਗੌਰਮੈਂਟ ਨੇ 500 ਕਰੋੜ ਦਾ ਬਜਟ ਪਾਸ ਕੀਤਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਨਵਾਬ ਸ਼ੇਰ ਮੁਹੰਮਦ ਖਾਨ ਗਵਰਨਮੈਂਟ ਮੈਡੀਕਲ ਕਾਲਜ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੀਂਹ ਪੱਥਰ ਰੱਖ ਦਿੱਤਾ ਹੈ ਇਹਦਾ। ਸੋ ਉਸ ਤੋਂ ਬਾਅਦ ਇੱਕ ਗਵਰਨਮੈਂਟ ਕਾਲਜ ਫॉर ਗਰਲਸ, ਐਕਚੁਅਲੀ ਗਵਰਨਮੈਂਟ ਕਾਲਜ ਹੈ ਮਲੇਰਕੋਟਲਾ ਦੇ ਵਿੱਚ, ਬਟ ਇਹ ਸਿਰਫ ਤੇ ਸਿਰਫ ਗਰਲਸ ਦਾ ਗਵਰਨਮੈਂਟ ਕਾਲਜ ਹੈ। ਸੋ ਇਹ ਇੱਕ ਬਹੁਤ ਬੜੀ ਕਹਿ ਸਕਦੇ ਹੋ ਫੈਮਿਨਿਜ਼ਮ ਦੇ ਹੱਕ ਦੇ ਵਿੱਚ ਜਾਂ ਫਿਰ ਵਿਮਨ ਇੰਪਾਵਰਮੈਂਟ ਦੇ ਲਈ ਬਹੁਤ ਅੱਛੀ ਗੱਲ ਹੈ। ਸੋ ਨਿਊ ਬੱਸ ਸਟੈਂਡ ਮਲੇਰਕੋਟਲਾ ਦੇ ਲਈ, ਵਿਮਨ ਪੁਲਿਸ ਸਟੇਸ਼ਨ ਮੈਨੇਜਡ ਬਾਏ ਵਿਮਨਸ ਓਨਲੀ। ਸੋ ਜੋ ਪੁਲਿਸ ਸਟੇਸ਼ਨ ਹੈ ਪੰਜਾਬ ਦੇ ਵਿੱਚ ਪਹਿਲਾ ਇਹੋ ਜਿਹਾ ਪੁਲਿਸ ਸਟੇਸ਼ਨ ਹੈ ਜੋ ਵਿਮਨਸ ਨੂੰ ਹੀ ਉੱਥੇ ਵਿਮਨਸ ਹੀ ਸਾਰਾ ਕੁਝ ਜੋ ਹੈ ਡੀਲ ਕਰਨਗੀਆਂ। ਸੋ ਅਸੀਂ ਇਹ ਵੀ ਦੇਖਦੇ ਹਾਂ ਜਿਵੇਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਕਿ ਪੰਜਾਬ ਗੌਰਮੈਂਟ ਗੌਰਮੈਂਟ ਜਿਵੇਂ ਕਿ ਹੁਣ 33% ਰਿਜ਼ਰਵੇਸ਼ਨ ਫॉर ਗਰਲਸ ਦਿੱਤੀ ਹੈ। ਸੋ ਕੁੜੀਓ, ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਕਿ ਗੌਰਮੈਂਟ ਆਪਣੇ ਵੱਲੋਂ ਜਿੰਨਾ ਕਰ ਸਕਦੀ ਹੈ ਕਰ ਰਹੀ ਹੈ। ਤੁਸੀਂ ਸਾਰੇ ਜੋ ਹੈ ਇੰਨੀ ਜ਼ਿਆਦਾ ਮਿਹਨਤ ਕਰੋ ਕਿ 33% ਰਿਜ਼ਰਵੇਸ਼ਨ ਹੈ ਗਰਲਸ ਨੂੰ, ਇੰਨਾ ਕੁਛ ਗਰਲਸ ਲਈ ਹੋ ਰਿਹਾ ਹੈ, ਗਵਰਨਮੈਂਟ ਕਾਲਜ ਫॉर ਗਰਲਸ ਹੋ ਰਿਹਾ ਹੈ, ਪੁਲਿਸ ਸਟੇਸ਼ਨ ਗਰਲਸ ਲਈ ਹੋ ਰਿਹਾ। ਸੋ ਪੰਜਾਬ ਪੁਲਿਸ ਦੇ ਵਿੱਚ ਕੁੜੀਆਂ ਜਾਣਗੀਆਂ ਅਗਰ ਇੱਦਾਂ ਦੇ ਗਵਰਨਮੈਂਟ ਜੋ ਹੈ ਕਦਮ ਚੁੱਕ ਰਹੀ ਹੈ। ਸੋ ਇਹ ਜੋ ਹੈ ਵਿਮਨ ਇੰਪਾਵਰਮੈਂਟ ਲਈ ਕਾਫੀ ਵਧੀਆ ਗੱਲਾਂ ਨੇ। ਸੋ ਉਸ ਤੋਂ ਬਾਅਦ ਰੀਸਟੋਰੇਸ਼ਨ ਆਫ ਮੁਬਾਰਕ ਮੰਜ਼ਿਲ ਪੈਲੇਸ, ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਕਿਲੇ ਬਹੁਤ ਬਣੇ ਹੋਏ ਨੇ ਮਲੇਰਕੋਟਲਾ ਦੇ ਵਿੱਚ, ਕੋਟਲਾ ਦਾ ਮੀਨਿੰਗ ਹੀ ਹੈ ਕਿਲੇ। ਸੋ ਇਸ ਤਰੀਕੇ ਨਾਲ ਉਹਨਾਂ ਨੇ ਬਹੁਤ ਸਾਰੇ ਕਿਲੇ ਬਣਾਏ ਸੀ, ਜਿਹਦੇ ਵਿੱਚ ਇੱਕ ਬਹੁਤ ਫੇਮਸ ਹੈ ਮੁਬਾਰਕ ਮੰਜ਼ਿਲ ਪੈਲੇਸ। ਬਟ ਕਹਿ ਸਕਦੇ ਹਾਂ ਕਿ ਮਲੇਰਕੋਟਲਾ ਇੱਕ ਬਹੁਤ ਬੜੀ ਰਿਆਸਤ ਸੀ ਪਹਿਲਾਂ। ਸੋ ਰਿਆਸਤ ਨੂੰ ਤੇ ਸਹੀ ਤਰੀਕੇ ਨਾਲ ਜੋ ਹੈ ਮੇਨਟੇਨ ਨਹੀਂ ਕੀਤਾ ਗਿਆ। ਸੋ ਇਸ ਟਾਈਮ ਤਾਂ ਕਾਫੀ ਖੰਡਰ ਜਿਹੇ ਬਣ ਗਏ ਨੇ। ਬਟ ਜੋ ਹੈ ਹੁਣ ਜੋ ਲਾਸਟ ਕਹਿ ਸਕਦੇ ਹੋ ਬੇਗਮ ਹੈ, ਬੇਗਮ ਮੁਨਾਰਵ ਉਲ ਨਿਸਾ, ਇਹ ਲਾਸਟ ਜੋ ਬੇਗਮ ਕਹਿ ਸਕਦੇ ਹੋ 97 ਈਅਰਸ ਓਲਡ ਨੇ ਇਸ ਟਾਈਮ। ਉਹਨਾਂ ਦੀ ਇਕਨੋਮਿਕ ਕੰਡੀਸ਼ਨ ਵੀ ਬਹੁਤ ਅੱਛੀ ਨਹੀਂ ਹੈ। ਸੋ ਉਹਨਾਂ ਨੇ ਪੰਜਾਬ ਗੌਰਮੈਂਟ ਨੂੰ ਇੱਕ ਰਿਕੁਐਸਟ ਕੀਤੀ ਸੀ, ਜੋ ਇਹ ਮਹਿਲ ਹੈ ਮੁਬਾਰਕ ਮੰਜ਼ਿਲ ਪੈਲੇਸ ਹੈ, ਇਹਦੀ ਜੋ ਸਾਰਾ ਰੱਖ ਰਖਾਵ ਦਾ ਖਰਚਾ ਗੌਰਮੈਂਟ ਚੱਕੇ। ਸੋ ਗੌਰਮੈਂਟ ਨੇ ਯੂਨੈਸਕੋ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਅਸੀਂ
ਰਾਮਸਰ ਸਾਈਟਸ ਸੁਣਦੇ ਆ ਨਾ, ਨੰਗਲ ਡੈਮ, ਰਾਮਸਰ ਸਾਈਟਸ, ਕੰਜਲੀ ਵੈਟਲੈਂਡਸ ਜਿੰਨੇ ਵੀ ਨੇ ਰਾਮਸਰ ਸਾਈਟਸ ਯੂਨੈਸਕੋ ਵੱਲੋਂ ਜੋ ਡਿਸਾਈਡ ਹੁੰਦੀਆਂ ਨੇ, ਉਹ ਸਾਰਿਆਂ ਦੇ ਵਿੱਚ ਜਿਹੜਾ ਇਹਨੂੰ ਵੀ ਕਾਊਂਟ ਕੀਤਾ ਜਾਏ। ਸੋ ਪੰਜਾਬ ਗੌਰਮੈਂਟ ਨੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਯੂਨੈਸਕੋ ਨੂੰ ਰਿਕੁਐਸਟ ਕੀਤੀ ਹੈ ਕਿ ਇਸ ਦਾ ਰੱਖ ਰਖਾਵ ਦੇ ਲਈ ਸਪੈਸ਼ਲ ਧਿਆਨ ਰੱਖਿਆ ਜਾਏ ਅਤੇ ਇਹਨੂੰ ਜੋ ਹੈ ਰਾਮਸਰ ਸਾਈਟ ਦੇ ਵਿੱਚ ਕਾਊਂਟ ਕਰ ਲਿਆ ਜਾਏ। ਸੋ ਇਹ ਜੋ 5 ਚੀਜ਼ਾਂ ਸੀ, ਗੱਲਾਂ ਹੋਰ ਵੀ ਬਹੁਤ ਨੇ ਜੋ ਗਵਰਨਮੈਂਟ ਨੇ ਇਨੀਸ਼ੀਏਟਿਵ ਲਏ ਨੇ, ਬਹੁਤ ਸਾਰੇ ਡਿਪਾਰਟਮੈਂਟਸ ਦੀ ਐਸਟੈਬਲਿਸ਼ਮੈਂਟ ਕੀਤੀ ਗਈ ਹੈ। ਬਟ ਜੋ ਮੇਨ ਬੇਸਿਕ ਕੁਐਸਚਨ ਆਉਣਗੇ ਤੁਹਾਨੂੰ ਇਹ 5 ਚੀਜ਼ਾਂ 'ਚੋਂ ਆ ਸਕਦੇ ਆ ਕਿ ਕਿਹੜੇ ਜਿਹੜੇ ਕਿਆ ਐਸਟੈਬਲਿਸ਼ ਕੀਤਾ ਗਿਆ। ਸੋ ਇਹਦੇ ਨਾਲ ਹੀ ਸਾਨੂੰ ਕੁਛ ਵੈਸੇ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਕਿ ਇਹ ਵੇਲੇ ਕਰੰਟ ਹੈ, ਕਰੰਟ 'ਚੋਂ ਪੁੱਛਿਆ ਜਾ ਸਕਦਾ ਹੈ ਕਿ MLA ਆਫ ਮਲੇਰਕੋਟਲਾ ਕੌਣ ਹੈ? ਰਜ਼ੀਆ ਸੁਲਤਾਨਾ। ਸੋ ਉਹਨਾਂ ਕੋਲ ਇਸ ਟਾਈਮ ਮਿਨਿਸਟਰੀ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਹੈ, ਜਲ ਵਿਭਾਗ ਹੈ ਉਹਨਾਂ ਕੋਲ। ਸੋ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਜਦੋਂ ਤੋਂ 2017 ਦਾ ਇਲੈਕਸ਼ਨ ਹੋਇਆ, ਸੋ ਬਾਰ-ਬਾਰ ਕਹਿ ਰਹੇ ਸੀ ਕੈਪਟਨ ਸਾਹਿਬ ਨੂੰ ਕਿ ਮਲੇਰਕੋਟਲਾ ਨੂੰ ਐਜ਼ ਏ ਡਿਸਟ੍ਰਿਕਟ ਜੋ ਹੈ ਅਨਾਊਂਸ ਕਰੋ, ਐਜ਼ ਏ ਡਿਸਟ੍ਰਿਕਟ ਅਨਾਊਂਸ ਕਰੋ। ਸੋ ਐਟ ਦੀ ਐਂਡ ਮਲੇਰਕੋਟਲਾ ਨੂੰ ਐਜ਼ ਏ ਡਿਸਟ੍ਰਿਕਟ ਅਨਾਊਂਸ ਕਰ ਦਿੱਤਾ ਗਿਆ। ਸੋ ਮਲੇਰਕੋਟਲਾ ਨੂੰ ਡਿਸਟ੍ਰਿਕਟ ਬਣਾਉਣ ਦੇ ਲਈ ਰਜ਼ੀਆ ਸੁਲਤਾਨਾ ਦਾ ਬਹੁਤ ਜ਼ਿਆਦਾ ਕਹਿ ਸਕਦੇ ਹੋ ਯੋਗਦਾਨ ਹੈ। ਸੋ ਆਈ ਥਿੰਕ DC ਆਫ ਮਲੇਰਕੋਟਲਾ ਮੈਂ ਦੁਬਾਰਾ ਲਿਖ ਦਿੰਦੀ ਹਾਂ। ਸੋ ਇਹ ਸਟੂਡੈਂਟਸ ਨਾਲ ਤੁਸੀਂ ਉਤਾਰ ਲੈਣਾ ਸੀ ਕਾਪੀ 'ਤੇ। ਸੋ ਇਹ ਜੋ ਕੁਐਸਚਨਸ ਕਰਵਾਏ ਜਾ ਰਹੇ ਨੇ, ਮੇਨ ਜੋ ਹੈ ਇਹਦੇ ਵਿੱਚੋਂ ਕੋਈ ਵੀ ਤੁਸੀਂ ਐਗਜ਼ਾਮ ਦੇ ਵਿੱਚ ਬਹਿੰਦੇ ਹੋ, ਇਹ ਕਰੰਟ ਅਫੇਅਰਸ ਨੇ, ਇਹਨਾਂ ਵਿੱਚੋਂ ਕੋਈ ਨਾ ਕੋਈ 1-2 ਕੁਐਸਚਨ ਤੁਹਾਨੂੰ ਆ ਹੀ ਸਕਦੇ ਨੇ। ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਕਰ ਲਿਓ। ਸੋ ਅਸੀਂ ਦੇਖਦੇ ਹਾਂ DC ਆਫ ਮਲੇਰਕੋਟਲਾ ਮਿਸਿਸ ਅੰਮ੍ਰਿਤ ਕੌਰ ਗਿੱਲ। ਸੋ ਇਹ ਵੀ ਜਿਵੇਂ ਵੀਮਨ ਇੰਪਾਵਰਮੈਂਟ ਦੀ ਗੱਲ ਹੋ ਰਹੀ ਹੈ, ਸੋ ਫਸਟ DC ਵੀ ਇੱਕ ਲੇਡੀ ਹੈ ਜੋ ਕਿ ਪਹਿਲਾਂ ਵੀ ਬਹੁਤ ਸਾਰੇ ਡਿਸਟ੍ਰਿਕਟਸ ਦੇ ਵਿੱਚ ਜੋ ਹੈ ਐਜ਼ ਏ DC ਕੰਮ ਕਰ ਚੁੱਕੇ ਆ। ਉਸ ਤੋਂ ਬਾਅਦ SSP ਆਫ ਮਲੇਰਕੋਟਲਾ, ਸ਼ੀ ਇਜ਼ ਆਲਸੋ ਅ ਫੀਮੇਲ, ਮਿਸ ਕਨਵਰਦੀਪ ਕੌਰ। ਸੋ ਕੁਛ ਬੇਸਿਕਸ ਇਹੀ ਪਰਸਨਸ ਪੁੱਛੇ ਜਾ ਸਕਦੇ ਨੇ ਕਿ DC ਕੌਣ ਹੈ, SSP ਕੌਣ ਹੈ, ਉਹਨਾਂ ਦਾ MLA ਕੌਣ ਹੈ, ਪੰਜਾਬ ਗਵਰਨਮੈਂਟ ਨੇ ਕਦੋਂ ਅਨਾਊਂਸ ਕੀਤਾ, ਈਦ ਦੇ ਮੌਕੇ 'ਤੇ, ਈਦ ਕਦੋਂ ਸੀ? 14 ਮਈ 2021 ਨੂੰ। ਕੀ ਅਨਾਊਂਸ ਕੀਤਾ ਹੈ? ਮੈਡੀਕਲ ਕਾਲਜ ਬਣੂਗਾ, ਇੱਕ ਗਵਰਨਮੈਂਟ ਗਰਲਸ ਕਾਲਜ ਬਣੂਗਾ, ਬੱਸ ਸਟੈਂਡ ਬਣੂਗਾ, ਰਿਸਟੋਰੇਸ਼ਨ ਹੋਊਗੀ ਮੁਬਾਰਕ ਮੰਜ਼ਿਲ ਪੈਲੇਸ ਦੀ, ਅਤੇ ਇਸ ਤੋਂ ਬਾਅਦ ਜੋ ਇੱਕ ਵਿਮਨ ਥਾਣਾ ਕਹਿ ਸਕਦੇ ਹੋ, ਪੁਲਿਸ ਸਟੇਸ਼ਨ ਬਣਿਆ ਹੈ ਜੋ ਵਿਮਨਸ ਵੱਲੋਂ ਹੀ ਸਾਰਾ ਕੁਛ ਆਰਗੇਨਾਈਜ਼ ਜਿਹੜਾ ਹੋ ਸਕਦਾ ਹੈ। ਸੋ ਇਹ ਜੋ ਇੱਕ ਆਪਣੇ ਆਪ ਦੇ ਵਿੱਚ ਮਲੇਰਕੋਟਲਾ ਵਾਸੀਆਂ ਲਈ ਔਰ ਪੰਜਾਬ ਦੇ ਸਾਰੇ ਹੀ ਵਾਸੀਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਗਵਰਨਮੈਂਟ ਅੱਛੇ ਇਨੀਸ਼ੀਏਟਿਵ ਚੱਕ ਰਹੀ ਹੈ ਕਿ ਲੋਕਾਂ ਦੀ ਵੈਲਫੇਅਰ ਦੇ ਲਈ, ਜੋ ਕਿ ਮਲੇਰਕੋਟਲਾ ਦੇ ਲੋਕ ਸੀ ਸਪੈਸ਼ਲ 35 ਕਿਲੋਮੀਟਰਸ ਨੂੰ ਸਫ਼ਰ ਕਰਕੇ ਜੋ ਹੈ ਉਹ ਕੋਈ ਵੀ ਆਪਣਾ ਡਾਕੂਮੈਂਟ ਬਣਾਉਂਦੇ ਸੀ ਜੋ ਕਿ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ। ਸੋ ਗਵਰਨਮੈਂਟ ਨੇ ਇਹ ਗੱਲ ਸੁਣੀ ਹੈ। ਸੋ ਮਲੇਰਕੋਟਲਾ ਵਾਸੀਆਂ ਲਈ ਔਰ ਪੂਰੇ ਪੰਜਾਬ ਦੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਜੋ ਇਹਨਾਂ ਨੇ ਮਲੇਰਕੋਟਲਾ ਨੂੰ ਐਜ਼ ਏ ਡਿਸਟ੍ਰਿਕਟ 23rd ਡਿਸਟ੍ਰਿਕਟ ਜੋ ਹੈ ਬਣਾ ਦਿੱਤਾ ਹੈ। ਸੋ ਵੈਸੇ ਕਦੀ ਇਹ ਵੀ ਕੁਐਸਚਨ ਪੁੱਛ ਲੈਂਦੇ ਕਿ ਟੋਟਲ ਕਿੰਨੇ ਡਿਸਟ੍ਰਿਕਟ ਨੇ ਇੰਡੀਆ ਦੇ ਵਿੱਚ? 742 ਟੋਟਲ ਡਿਸਟ੍ਰਿਕਟ ਨੇ। ਸੋ ਇਹਦੇ ਨਾਲ ਹੀ ਬੇਸਿਕਸ ਤਾਂ NIC, ਬਟ ਕਦੀ ਵੈਸੇ ਸਾਨੂੰ ਜਾਣ ਲੈਣਾ ਚਾਹੀਦਾ ਹੈ ਮਲੇਰਕੋਟਲਾ ਡਿਫਰੈਂਸ 35 ਕਿਲੋਮੀਟਰ ਹੈ ਔਰ ਮਲੇਰਕੋਟਲਾ ਦੇ ਜੋ ਮੋਸਟਲੀ ਪੀਪਲ ਨੇ ਉਹ ਮਿਡਲ ਕਲਾਸ ਫੈਮਲੀਜ਼ ਤੋਂ ਹੈ। ਸੋ ਕਿਹੜੀਆਂ ਇੰਡਸਟਰੀਜ਼ ਚੱਲਦੀਆਂ ਨੇ, ਜਿਵੇਂ ਸਾਈਕਲ ਬਣਾਉਣ ਦੀ ਕੋਈ ਵੀ ਇੰਡਸਟਰੀ ਹੋਵੇ, ਸਾਈਕਲ ਦੇ ਪਾਰਟਸ ਤੇ ਪੂਰਾ ਸਾਈਕਲ ਜੋ ਬਣਦਾ ਹੈ ਉਹ ਮਲੇਰਕੋਟਲਾ ਦੇ ਵਿੱਚ ਬਣਦਾ ਹੈ। ਜੋ ਸਟਿਚਿੰਗ ਮਸ਼ੀਨਸ ਹੁੰਦੀਆਂ, ਸਿਲਾਈ ਕਰਨ ਵਾਲੀਆਂ ਮਸ਼ੀਨਾਂ, ਉਹ ਮਲੇਰਕੋਟਲਾ 'ਚ ਬਣਦਾ ਹੈ। ਬੈਡਮਿੰਟਨ ਦਾ ਸਮਾਨ ਮਲੇਰਕੋਟਲਾ 'ਚ ਬਣਦਾ ਹੈ। ਖੇਡਾਂ ਦਾ ਸਮਾਨ ਮਲੇਰਕੋਟਲਾ 'ਚ ਮਿਲਦਾ ਹੈ। ਬਹੁਤ ਤਰ੍ਹਾਂ ਦੇ ਹੱਥ ਖੱਡੀ ਜਿਹੜੀ ਹੁੰਦੀ ਹੈ ਉਹ ਕੱਪੜੇ ਮਲੇਰਕੋਟਲਾ 'ਚ ਬਣਦੇ ਨੇ। ਹੋਰ ਬਹੁਤ ਸਾਰੀਆਂ ਚੀਜ਼ਾਂ ਹੈ ਜੋ ਮਲੇਰਕੋਟਲਾ ਦੇ ਵਿੱਚ ਬਣਦੀਆਂ ਹਨ। ਸੋ ਇਹ ਸੀ ਬੇਸਿਕ ਇਨਫੋਰਮੇਸ਼ਨ, ਬੇਸਿਕ ਤਾਂ ਨਹੀਂ ਕਹਿ ਸਕਦੇ, ਸਾਰੀ ਤਰ੍ਹਾਂ ਦੀ ਇਨਫੋਰਮੇਸ਼ਨ ਜੋ ਕਿ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕੀਤੀ ਗਈ ਹੈ। ਹਾਂਜੀ, ਇੱਕ ਜੋ ਹਿਸਟਰੀ ਦਾ ਰਿਲੇਟਡ ਥੋੜ੍ਹਾ ਪਾਰਟ ਹੈ ਉਹ ਕਵਰ ਕਰ ਲਓ। ਇੱਕ ਕੂਕਾ ਮੂਵਮੈਂਟ ਹੋਈ ਸੀ, ਸਾਰਿਆਂ ਨੇ ਕੂਕਾ ਮੂਵਮੈਂਟ ਨੂੰ ਸੁਣਿਆ ਹੋਣਾ ਜੋ ਹਿਸਟਰੀ ਪੜ੍ਹਦੇ ਨੇ। ਇੱਕ ਸਮਾਜ ਸੁਧਾਰਕ ਹੋਏ ਨੇ ਰਾਮ ਸਿੰਘ ਕੂਕਾ ਜੀ। ਸੋ ਕੂਕਾ ਇਸ ਕਰਕੇ ਕਿਹਾ ਜਾਂਦਾ ਸੀ ਕਿ ਕਹਿੰਦੇ ਕਿ ਜਦੋਂ ਪਰਮਾਤਮਾ ਦੇ ਨਾਲ ਆਪਣੀ
ਪਾਠ ਕਰਦੇ ਸੀ, ਕੀਰਤਨ ਕਰਦੇ ਸੀ ਜਾਂ ਨਾਮ ਲੈਂਦੇ ਸੀ ਇੱਕ ਤਰੀਕੇ ਨਾਲ, ਉਹ ਉੱਚੀ ਉੱਚੀ ਜੋ ਹੈ ਕੂਕਾਂ ਮਾਰ ਕੇ ਜੋ ਹੈ ਕਰਦੇ ਸੀ। ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਕੂਕਾ ਮੂਵਮੈਂਟ ਕਿਹਾ ਜਾਂਦਾ ਹੈ। ਸੋ ਰਾਮ ਸਿੰਘ ਕੂਕਾ ਜੀ ਸਮਾਜ ਸੁਧਾਰਕ ਸਨ। ਹੌਲੀ ਹੌਲੀ ਉਹਨਾਂ ਦੇ ਬਹੁਤ ਜ਼ਿਆਦਾ ਸ਼ਿਸ਼ ਉਹਨਾਂ ਨਾਲ ਜੁੜਦੇ ਗਏ ਅਤੇ ਉਹਨਾਂ ਨੇ ਇੱਕ ਮੂਵਮੈਂਟ ਚਲਾ ਲਈ। ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ, ਨਾਮਧਾਰੀ ਅੰਦੋਲਨ ਜਾਂ ਕੂਕਾ ਅੰਦੋਲਨ, ਨਾਮਧਾਰੀ ਪੰਥ ਜਾਂ ਕੂਕਾ ਪੰਥ ਜਿਹੜਾ ਉਹਨੂੰ ਐਜ਼ ਏ ਇਸ ਨੇਮ ਤੋਂ ਜਾਣਿਆ ਜਾਂਦਾ ਹੈ। ਸੋ ਉਹਨਾਂ ਤੋਂ ਬਾਅਦ ਜੋ ਹੈ ਜਦੋਂ ਅੰਗਰੇਜ਼ਾਂ ਨੇ ਇਹ 1871 ਔਰ 1872 ਦੀ ਗੱਲ ਹੈ। ਸੋ ਅੰਗਰੇਜ਼ਾਂ ਦੇ ਖਿਲਾਫ ਜਦੋਂ ਬੋਲੇ, ਕਿਉਂਕਿ ਉਹ ਸਮਾਜ ਸੁਧਾਰਕ ਸੀਗੇ, ਸੋ ਅੰਗਰੇਜ਼ਾਂ ਨੇ ਕਈ ਜਗ੍ਹਾ 'ਤੇ ਬੇਟਾ ਲਿਖਿਆ ਹੋਇਆ 65, ਕਈ ਜਗ੍ਹਾ 'ਤੇ ਲਿਖਿਆ ਹੋਇਆ 66। ਸੋ ਫਿਗਰ 'ਤੇ ਨਾ ਜਾਇਓ, ਇੰਨਾ ਕੋਈ ਡਿਫਰੈਂਸ ਇਸ ਚੀਜ਼ ਬਾਰੇ ਪੁੱਛਦੇ ਨੇ। 65 ਔਰ 66 ਜੋ ਹੈ ਨਾਮਧਾਰੀ ਪਰਸਨ ਸੀਗੇ, ਉਹਨਾਂ ਨੂੰ ਜੋ ਹੈ ਤੋਪਾਂ ਦੇ ਨਾਲ ਬੰਨ੍ਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਜੋ ਹੈ ਇੰਡੀਅਨ ਹਿਸਟਰੀ ਦੇ ਵਿੱਚ ਇੱਕ ਬਹੁਤ ਬੜੀ ਕਹਿ ਲਓ ਟ੍ਰੈਜਡੀ ਹੈ ਅਤੇ ਬਹੁਤ ਬੜੀ ਘਟਨਾ ਹੈ, ਜਿਹਦੀ ਯਾਦ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਇੱਕ ਨਾਮਧਾਰੀ ਸਮਾਰਕ ਬਣਿਆ ਹੋਇਆ ਹੈ। ਸੋ ਜਦੋਂ ਵੀ ਤੁਸੀਂ ਵਿਜ਼ਿਟ ਕਰਦੇ ਹੋ ਉੱਥੇ ਹਨੂੰਮਾਨ ਮੰਦਰ, ਨਾਮਧਾਰੀ ਸਮਾਰਕ, ਜਿੰਨੇ ਵੀ ਮੁਬਾਰਕ ਪੈਲੇਸ ਨੇ, ਮਸਜਿਦਾਂ ਨੇ, ਇੱਕ ਚਰਚ ਵੀ ਹੈ, ਗੁਰਦੁਆਰੇਜ਼ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜੋ ਹਿਸਟਰੀ ਨਾਲ ਰਿਲੇਟਡ ਨੇ। ਸੋ ਕਾਫੀ ਜ਼ਿਆਦਾ ਕਿਲੇ ਵੀ ਨੇ ਜੋ ਕਿ ਹੁਣ ਖੰਡਰ ਬਣ ਚੁੱਕੇ ਆ, ਜੋ ਕਿ ਬਹੁਤ ਹੀ ਕਹਿ ਸਕਦੇ ਹੋ ਮੰਦਭਾਗੀ ਗੱਲ ਹੈ ਸਾਡੇ ਲਈ। ਬਟ ਫਿਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਗੌਰਮੈਂਟ ਨੇ ਹੁਣ ਇਹ ਇਨੀਸ਼ੀਏਟਿਵ ਲਿਆ ਹੈ। ਤਾਂ ਪੰਜਾਬ ਗੌਰਮੈਂਟ ਟਰਾਈ ਕਰ ਰਹੀ ਹੈ ਕਿ ਜੋ ਵੀ ਹਿਸਟੋਰੀਕਲ ਥਿੰਗਸ ਨੇ, ਜਿਵੇਂ ਕਿ ਅਸੀਂ ਅਨੰਦਪੁਰ ਦੇ ਵਿੱਚ ਦੇਖਦੇ ਹਾਂ ਵਿਰਾਸਤ ਏ ਖਾਲਸਾ ਬਣਿਆ ਹੈ, ਜੋ ਕਿ ਕਾਫੀ ਰੈਵਨਿਊ ਵੀ ਜਨਰੇਟ ਕਰਦਾ ਹੈ ਕੋਵਿਡ-19 ਦੇ ਟਾਈਮ ਛੱਡ ਕੇ। ਬਟ ਅਦਰਵਾਈਜ਼ ਤੋਂ ਇੱਦਾਂ ਦੀਆਂ ਚੀਜ਼ਾਂ ਨੂੰ ਗੌਰਮੈਂਟ ਨੂੰ ਟੂਰਿਜ਼ਮ ਦੇ ਲਈ ਕਾਫੀ ਜ਼ਿਆਦਾ ਕਹਿ ਲਓ ਇਹਨਾਂ ਦਾ ਸੁਧਾਰ ਕਰਨਾ ਪੈਣਾ, ਔਰ ਗੌਰਮੈਂਟ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਆ। ਸੋ ਇਹ ਸੀ ਸਾਰਾ ਕੁਛ ਮਲੇਰਕੋਟਲਾ। And students, if you like my hard work, please subscribe my channel and press the bell icon button. So this is the time of signing off. Thank you.